फ्रेंड्स इस वीडियो ਦੇ ਵਿੱਚ मैं जमात 12ਵੀਂ विशा पंजाबी लाजमी ਦਾ ਜਿਹੜਾ 22 ਸਤੰਬਰ ਨੂੰ ਪੈਸ ਟੈਸਟ ਹੋਇਆ ਸੀ ਉਹਦੇ ਉੱਤਰਮਾਲਾ ਲੈ ਕੇ ਆਈਆਂ। ਤੇ ਸਭ ਤੋਂ ਪਹਿਲਾਂ ਆਇਆ ਹੋਇਆ ਸੀ ਤੁਹਾਨੂੰ ਪੈਰੇ ਦੇ ਵਿੱਚੋਂ ਅੰਡਿੱਠੇ ਪੈਰੇ ਨੂੰ ਪੜ੍ਹ ਕੇ ਜਿਹੜੇ ਕਿ 1 ਤੋਂ ਲੈ ਕੇ 5 ਤੱਕ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਸੀ। ਤੇ ਅੰਡਿੱਠੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦੇਣ ਦਾ ਸਹੀ ਢੰਗ ਇਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਪੈਰੇ ਨੂੰ ਚੰਗੇ ਤਰੀਕੇ ਨਾਲ ਪੜ੍ਹੋ ਤੇ ਸਮਝੋ। पढ़न ते समझण तो बाद ही तुसी जिहड़े कि सही तरीके नाल प्रश्नां दे सही उत्तर है जिहड़े कि टिक कर सकदे हो। ਤਾਂ ਜਿਹੜਾ ਇਹ ਪੈਰਾ ਸੀ ਇਹ ਸੱਭਿਆਚਾਰ ਬਾਰੇ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਸੱਭਿਆਚਾਰ ਇੱਕ ਵਿਆਪਕ ਵਰਤਾਰਾ ਹੈ ਤੇ ਜਿੱਥੇ ਕਿਤੇ ਵੀ ਮਨੁੱਖੀ ਹੋਂਦ ਆ ਉੱਥੇ ਸੱਭਿਆਚਾਰ ਦੀ ਮੌਜੂਦਗੀ ਹੈ। ਤੇ ਸੱਭਿਆਚਾਰ ਦੇ ਵਿੱਚ ਧਰਮ ਦਰਸ਼ਨ ਸ਼ਿਲਪ ਕਲਾ ਤੇ ਹੋਰ ਸੋਧ ਸਮੱਗਰੀ ਦੀ ਉਪਲਬਧੀ ਹੁੰਦੀ ਹੈ। ਤੇ ਸੱਭਿਆਚਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਦੁਨੀਆ ਉੱਪਰ ਕੋਈ ਵੀ ਅਜਿਹੀ ਕੌਮ ਵਰਗ ਸਮਾਜ ਅਤੇ ਭਾਈਚਾਰਾ ਨਹੀਂ ਜਿਹਦਾ ਆਪਣਾ ਸੱਭਿਆਚਾਰ ਨਾ ਹੋਵੇ। ਤੇ ਸੱਭਿਆਚਾਰ ਹਰ ਥਾਂ ਮੌਜੂਦ ਹੈ ਤੇ ਹਰ ਕੌਮ ਵਰਗ ਤੇ ਸਮਾਜ ਦਾ ਆਪਣਾ ਨਿਵੇਕਲਾ ਸੱਭਿਆਚਾਰ ਹੁੰਦਾ। ਤੇ ਸੱਭਿਆਚਾਰ ਦੇ ਲੋਕਾਂ ਦੀ ਜਿਹੜੀ ਕਿ ਵਿਸ਼ੇਸ਼ ਇਤਿਹਾਸਿਕ ਤਜਰਬੇ ਦੀ ਸਿਰਜਣਾ ਹੁੰਦਾ ਸੱਭਿਆਚਾਰ। ਤੇ ਕੋਈ ਵੀ ਸੱਭਿਆਚਾਰ ਆ ਜਿਹੜੇ ਕਿ ਉਨੀ ਦੇਰ ਤੱਕ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਿਕ ਤਜਰਬੇ ਤੋਂ ਜਾਣੂ ਨਾ ਹੋਇਆ ਜਾਵੇ। ਤਾਂ ਪੈਰੇ ਨੂੰ ਪੜ੍ਹਨ ਤੋਂ ਬਾਅਦ ਜਿਹੜੇ ਕਿ ਸਮਝਣ ਤੋਂ ਬਾਅਦ ਆਪਾਂ ਪ੍ਰਸ਼ਨਾਂ ਨੂੰ ਸਹੀ ਢੰਗ ਨਾਲ ਕਰ ਸਕਦੇ ਹਾਂ। ਤਾਂ ਪਹਿਲਾ ਪ੍ਰਸ਼ਨ ਸੀ ਸੱਭਿਆਚਾਰ ਵਿੱਚ ਕੀ ਸ਼ਾਮਿਲ ਹੁੰਦਾ। ਤਾਂ ਉੱਪਰ ਆਪਾਂ ਨੂੰ ਪਤਾ ਲੱਗਿਆ ਕਿ ਸੱਭਿਆਚਾਰ ਦੇ ਵਿੱਚ ਸ਼ਿਲਪ ਦਰਸ਼ਨ ਕਲਾ ਤੇ ਉਕਤ ਸਾਰੇ ਜਿਹੜੇ ਕਿ ਸ਼ਾਮਿਲ ਹੁੰਦੇ ਨੇ। ਤੇ ਇਹਦਾ ਸਹੀ ਉੱਤਰ ਆਊਗਾ ਉਕਤ ਸਾਰੇ, ਕਿਉਂਕਿ ਸੱਭਿਆਚਾਰ ਦੇ ਵਿੱਚ ਸ਼ਿਲਪ ਵੀ ਹੁੰਦਾ, ਦਰਸ਼ਨ ਵੀ ਤੇ ਕਲਾ ਵੀ ਸ਼ਾਮਿਲ ਹੁੰਦਾ। ਤੇ ਦੂਜਾ ਪ੍ਰਸ਼ਨ ਸੱਭਿਆਚਾਰ ਹਰ ਥਾਂ ਮੌਜੂਦ ਨਹੀਂ ਹੁੰਦਾ, ਉਕਤ ਕਥਨ ਸਹੀ ਹੈ। ਆਪਸ਼ਨ ਸੀ ਦੂਜੀ ਆਪਸ਼ਨ ਸੀ ਉਕਤ ਕਥਨ ਅੰਸ਼ਿਕ ਰੂਪ ਦੇ ਵਿੱਚ ਸਹੀ ਹੈ। ਤੀਜੀ ਆਪਸ਼ਨ ਸੀ ਉਕਤ ਕਥਨ ਗਲਤ ਹੈ। ਚੌਥੀ ਆਪਸ਼ਨ ਸੀ ਉਕਤ ਕਥਨ ਅੰਸ਼ਿਕ ਰੂਪ ਦੇ ਵਿੱਚ ਗਲਤ ਹੈ। ਤੇ ਇਹਦਾ ਸਹੀ ਉੱਤਰ ਹੈ ਉਕਤ ਕਥਨ ਗਲਤ ਹੈ, ਕਿਉਂਕਿ ਸੱਭਿਆਚਾਰ ਹਰ ਥਾਂ 'ਤੇ ਮੌਜੂਦ ਹੁੰਦਾ ਜਿੱਥੇ ਮਨੁੱਖੀ ਹੋਂਦ ਹੁੰਦੀ ਹੈ। ਤਾਂ ਦੂਜੇ ਪ੍ਰਸ਼ਨ ਦਾ ਸਹੀ ਉੱਤਰ ਸੀ ਉਕਤ ਕਥਨ ਗਲਤ ਹੈ, ਕਿਉਂਕਿ ਇੱਥੇ ਕੀ ਕੁਐਸਚਨ ਹੈ ਕਿ ਸੱਭਿਆਚਾਰ ਹਰ ਥਾਂ ਮੌਜੂਦ ਨਹੀਂ ਹੁੰਦਾ ਜਦਕਿ ਸੱਭਿਆਚਾਰ ਜਿੱਥੇ ਮਨੁੱਖੀ ਹੋਂਦ ਉੱਥੇ ਮੌਜੂਦ ਹੁੰਦਾ। ਤਾਂ ਇਹਦਾ ਆਨਸਰ ਬਣ ਗਿਆ ਉਕਤ ਕਥਨ ਗਲਤ ਹੈ। ਪ੍ਰਸ਼ਨ ਨੰਬਰ ਤੀਜਾ ਸੱਭਿਆਚਾਰ ਨੂੰ ਸਮਝਣ ਦੇ ਲਈ ਜ਼ਰੂਰੀ ਹੈ ਇਸ ਦੇ ਸਿਰਜਣਹਾਰੇ ਲੋਕਾਂ ਨੂੰ। ਪਹਿਲੀ ਆਪਸ਼ਨ ਸੀ, ਦੂਜੀ ਆਪਸ਼ਨ ਸੀ ਲੋਕਾਂ ਨੂੰ, ਤੀਜੀ ਆਪਸ਼ਨ ਸੀ ਇਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਿਕ ਤਜਰਬੇ ਨੂੰ, ਚੌਥੀ ਆਪਸ਼ਨ ਸੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪੈਰੇ ਦੇ ਅਨੁਸਾਰ ਆ ਜਿਹੜੇ ਕਿ ਇਹਦਾ ਸਹੀ ਉੱਤਰ ਸੀ ਤੀਜੀ ਆਪਸ਼ਨ। ਤੀਜੇ ਪ੍ਰਸ਼ਨ ਦੀ ਤੀਜੀ ਆਪਸ਼ਨ ਆ ਜਿਹੜੇ ਕਿ ਇਹਦਾ ਸਹੀ ਉੱਤਰ ਸੀ ਇਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਿਕ ਤਜਰਬੇ ਨੂੰ। ਅੱਗੇ ਚੌਥਾ ਪ੍ਰਸ਼ਨ ਸੱਭਿਆਚਾਰ ਕਿੱਥੇ ਮੌਜੂਦ ਹੁੰਦਾ। ਜਿੱਥੇ ਕਲਾ ਹੋਵੇ, ਜਿੱਥੇ ਸ਼ਿਲਪ ਹੋਵੇ, ਜਿੱਥੇ ਦਰਸ਼ਨ ਹੋਵੇ, ਜਿੱਥੇ ਮਨੁੱਖੀ ਹੋਂਦ ਹੋਵੇ। ਤਾਂ ਸੱਭਿਆਚਾਰ ਦੀ ਮੌਜੂਦਗੀ ਉੱਥੇ ਹੁੰਦੀ ਹੈ ਜਿੱਥੇ ਮਨੁੱਖੀ ਹੋਂਦ ਹੋਵੇ। ਤਾਂ ਚੌਥਾ ਆਪਸ਼ਨ ਆ ਜਿਹੜਾ ਕਿ ਸਹੀ ਉੱਤਰ ਸੀ। ਪ੍ਰਸ਼ਨ ਨੰਬਰ 5 ਕੋਈ ਸੱਭਿਆਚਾਰ ਉਨੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਿਕ ਤਜਰਬੇ ਤੋਂ ਜਾਣੂ ਨਾ ਹੋਇਆ ਜਾਵੇ। ਉਕਤ ਵਾਕ ਕਿਸ ਕਿਸਮ ਦਾ। ਸਧਾਰਨ ਵਾਕ ਹੈ, ਸੰਯੁਕਤ ਵਾਕ ਹੈ, ਮਿਸ਼ਰਿਤ ਵਾਕ। ਤਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜਿਹੜਾ ਪੰਜਵਾਂ ਸੀ ਇਹਦਾ ਸਹੀ ਉੱਤਰ ਸੀ ਮਿਸ਼ਰਿਤ ਵਾਕ। ਜਿਨ੍ਹਾਂ ਵਾਕਾਂ ਦੇ ਵਿੱਚ ਜਿੰਨੀ, ਜਿਵੇਂ, ਜਿਹੜਾ, ਜੇਕਰ ਇਹ ਜਿਹੜੇ ਸ਼ਬਦ ਮੌਜੂਦ ਹੋਣ ਉਹ ਮਿਸ਼ਰਿਤ ਵਾਕ ਹੁੰਦੇ ਨੇ। ਅੱਗੇ ਪੰਜਵੇਂ ਪ੍ਰਸ਼ਨ ਤੋਂ ਬਾਅਦ ਸੀ ਜਿਹੜੇ ਕਿ ਫਿਰ ਤੋਂ ਅੰਡਿੱਠਾ ਪੈਰਾ ਦਿੱਤਾ ਗਿਆ ਸੀ। ਤੇ ਅੰਡਿੱਠੇ ਪੈਰੇ ਨੂੰ ਪੜ੍ਹ ਕੇ ਸਹੀ ਉੱਤਰ ਕਰਨ ਦਾ ਢੰਗ ਇਹੀ ਹੈ ਕਿ ਸਭ ਤੋਂ ਪਹਿਲਾਂ ਪੈਰੇ ਨੂੰ ਪੜ੍ਹੋ ਤੇ ਸਮਝੋ ਤੇ ਫਿਰ ਜਿਹੜੇ ਕਿ ਪ੍ਰਸ਼ਨਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਕਰ ਸਕਦੇ ਹੋ। ਹੁਣ ਜਿਹੜਾ ਇਹ ਅੰਡਿੱਠਾ ਪੈਰਾ ਸੀ ਦੂਜਾ ਇਹ ਕਰਤਾਰ ਸਿੰਘ ਦੁੱਗਲ ਬਾਰੇ ਸੀ ਜਿਨ੍ਹਾਂ ਦਾ ਪਿੰਡ ਧਮਿਆਣ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਜਨਮ ਹੋਇਆ। 7 ਮਾਰਚ 1917 ਈਸਵੀ ਨੂੰ ਹੋਇਆ। ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਤੇ ਫਾਰਮਨ ਕ੍ਰਿਸਚਨ ਕਾਲਜ ਲਾਹੌਰ ਤੋਂ ਉਹਨਾਂ ਨੇ MA ਕੀਤੀ। ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਜਿਹੜਾ ਕਿ ਆਲ ਇੰਡੀਆ ਰੇਡੀਓ ਤੋਂ ਸ਼ੁਰੂ ਕੀਤਾ ਸੀ। ਤੇ 1942 ਤੋਂ ਲੈ ਕੇ 1966 ਈਸਵੀ ਤੱਕ ਉਹਨਾਂ ਨੇ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਕੰਮ ਕਰਦੇ ਰਹੇ ਤੇ ਸਟੇਸ਼ਨ ਡਾਇਰੈਕਟਰ ਬਣੇ। ਤੇ ਇਸ ਦੇ ਦੌਰਾਨ ਉਹਨਾਂ ਨੇ ਪੰਜਾਬੀ ਤੇ ਹੋਰਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜਭਾਰ ਨਿਭਾਇਆ। ਤੇ 1966 ਤੋਂ ਲੈ ਕੇ 1973 ਈਸਵੀ ਤੱਕ ਨੈਸ਼ਨਲ ਬੁੱਕ ਟਰਸਟ ਦੇ ਸਕੱਤਰ ਤੇ ਡਾਇਰੈਕਟਰ ਵੀ ਰਹੇ ਹੋ। ਤੇ ਉਹਨਾਂ ਨੇ ਸੂਚਨਾ ਐਡਵਾਈਜ਼ਰ ਵਜੋਂ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਪਲੈਨਿੰਗ ਕਮਿਸ਼ਨ ਵਿੱਚ ਵੀ ਕੰਮ ਕੀਤਾ ਤੇ ਰਾਜ ਸਭਾ ਦੇ ਮੈਂਬਰ ਵੀ ਰਹੇ। ਤੇ ਉਹ ਕਈ ਸੰਸਥਾਵਾਂ ਅਤੇ ਸੰਸਥਾਪਕ ਵੀ ਸਨ। ਤੇ ਜਿਨ੍ਹਾਂ ਵਿੱਚੋਂ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ, ਇੰਸਟੀਚਿਊਟ ਆਫ ਸੋਸ਼ਲ ਐਂਡ ਇਕਨੋਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਿਲ ਹਨ। ਤੇ ਉਹ ਸਾਹਿਤਕ ਖੇਤਰ ਦੇ ਕਈ ਸੰਸਥਾਵਾਂ ਦੇ ਅਹੁਦੇਦਾਰ ਵੀ ਰਹੇ।
ਤੇ 1984 ਈਸਵੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੋਮੀਨੇਟਡ ਫੈਲੋ ਬਣੇ ਤੇ ਅਗਸਤ 1977 ਈਸਵੀ ਨੂੰ ਸਤਿਕਾਰ ਦਿੰਦੇ ਰਾਜ ਸਭਾ ਦੇ ਮੈਂਬਰ ਵੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਤੇ ਕਰਤਾਰ ਸਿੰਘ ਦੁੱਗਲ ਦਾ ਜਿਹੜਾ ਕਿ ਪ੍ਰਸ਼ਨ ਨੰਬਰ 6ਵਾਂ, ਕਰਤਾਰ ਸਿੰਘ ਦੁੱਗਲ ਦਾ ਜਨਮ ਕਦੋਂ ਹੋਇਆ? ਤਾਂ ਇਹਦਾ ਸਹੀ ਆਨਸਰ ਸੀ ਕਰਤਾਰ ਸਿੰਘ ਦੁੱਗਲ ਦਾ ਜਨਮ 1917 ਈਸਵੀ ਦੇ ਵਿੱਚ। ਪ੍ਰਸ਼ਨ ਨੰਬਰ 7 ਕਰਤਾਰ ਸਿੰਘ ਦੁੱਗਲ ਸੂਚਨਾ ਐਡਵਾਈਜ਼ਰ ਕਿਸ ਅਦਾਰੇ ਦੇ ਵਿੱਚ ਰਹੇ? ਇਹਦੇ ਵਿੱਚ ਆਪਸ਼ਨ ਸੀ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ, ਦੂਜੀ ਆਪਸ਼ਨ ਸੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਪਲੈਨਿੰਗ ਕਮਿਸ਼ਨ, ਤੀਜੀ ਆਪਸ਼ਨ ਸੀ ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ, ਚੌਥੀ ਆਪਸ਼ਨ ਸੀ ਆਲ ਇੰਡੀਆ ਰੇਡੀਓ। ਤਾਂ ਇਹਦਾ ਸਹੀ ਉੱਤਰ ਸੀ 7ਵੇਂ ਦਾ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਪਲੈਨਿੰਗ ਕਮਿਸ਼ਨਰ। ਇਸ ਅਦਾਰੇ ਦੇ ਵਿੱਚੋਂ ਜਿਹੜੇ ਕਿ ਉਹ ਸੂਚਨਾ ਐਡਵਾਈਜ਼ਰ ਰਹੇ। ਪ੍ਰਸ਼ਨ ਨੰਬਰ 8 ਕਰਤਾਰ ਸਿੰਘ ਦੁੱਗਲ ਸਾਹਿਤ ਦੀ ਕਿਸ ਵਿਧਾ ਦੇ ਲੇਖਕ ਵਜੋਂ ਪ੍ਰਸਿੱਧ ਹਨ? ਤਾਂ ਨਾਵਲ, ਆਪਸ਼ਨ ਸੀ ਕਹਾਣੀ, ਕਵਿਤਾ ਤੇ ਨਾਟਕ। ਤਾਂ ਕਰਤਾਰ ਸਿੰਘ ਦੁੱਗਲ ਜਿਹੜੇ ਕਿ ਉਹ ਕਹਾਣੀਕਾਰ ਦੇ ਵਜੋਂ ਜਿਹੜੇ ਕਿ ਪ੍ਰਸਿੱਧ ਰਹੇ। ਇਹਦਾ ਦੂਜਾ ਆਨਸਰ ਸਹੀ ਸੀ ਕਹਾਣੀ। ਪ੍ਰਸ਼ਨ ਨੰਬਰ 9 ਕਰਤਾਰ ਸਿੰਘ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਕਿੱਥੋਂ ਸ਼ੁਰੂ ਕੀਤਾ? ਆਪਸ਼ਨ ਸੀ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ, ਦੂਜਾ ਆਪਸ਼ਨ ਸੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਪਲੈਨਿੰਗ ਕਮਿਸ਼ਨ ਤੋਂ, ਤੀਜੀ ਆਪਸ਼ਨ ਸੀ ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਤੋਂ, ਚੌਥੀ ਆਪਸ਼ਨ ਸੀ ਆਲ ਇੰਡੀਆ ਰੇਡੀਓ ਤੋਂ। ਤਾਂ ਜਿਹੜਾ ਕਿ ਇਹਦਾ ਸਹੀ ਉੱਤਰ ਸੀ ਤਾਂ 9ਵੇਂ ਪ੍ਰਸ਼ਨ ਦਾ ਸਹੀ ਉੱਤਰ ਸੀ ਆਲ ਇੰਡੀਆ। ਤਾਂ 9ਵੇਂ ਪ੍ਰਸ਼ਨ ਦਾ ਸਹੀ ਉੱਤਰ ਸੀ ਆਲ ਇੰਡੀਆ ਰੇਡੀਓ ਤੋਂ। ਆਲ ਇੰਡੀਆ ਰੇਡੀਓ ਤੋਂ ਜਿਹੜੇ ਕਿ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਸ਼ੁਰੂ ਕੀਤਾ ਸੀ। ਪ੍ਰਸ਼ਨ ਨੰਬਰ 10 ਕਰਤਾਰ ਸਿੰਘ ਦੁੱਗਲ ਦੁਆਰਾ ਲਿਖੀ ਕਿਹੜੀ ਕਹਾਣੀ 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਹੈ? ਤਾਂ ਇਹਦਾ ਸਹੀ ਉੱਤਰ ਆ ਨੀਲੀ ਕਹਾਣੀ, ਜਿਹੜੀ ਕਿ ਇੱਕ ਗਾਂ ਬਾਰੇ ਹੈ। ਪ੍ਰਸ਼ਨ ਨੰਬਰ 11 ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਸ ਨੂੰ ਮੰਨਿਆ ਜਾਂਦਾ? ਤਾਂ ਇਹਦਾ ਆਨਸਰ ਹੈ ਧੁਨੀ। ਵਿਆਕਰਨ ਵਿੱਚ ਸਭ ਤੋਂ ਛੋਟੀ ਇਕਾਈ ਜਿਹੜੀ ਕਿ ਧੁਨੀ ਆ, ਸਭ ਤੋਂ ਵੱਡੀ ਇਕਾਈ ਆ ਵਾਕ। ਤਾਂ ਇਹਦਾ 11ਵੇਂ ਦਾ ਸਹੀ ਉੱਤਰ ਸੀ ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ। ਪ੍ਰਸ਼ਨ ਨੰਬਰ 12 ਬਣਤਰ ਦੇ ਆਧਾਰ ਤੇ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਤਾਂ ਇਹਦਾ ਸਹੀ ਉੱਤਰ ਸੀ 3, ਸਧਾਰਨ ਵਾਕ, ਸੰਯੁਕਤ ਵਾਕ ਤੇ ਮਿਸ਼ਰਤ ਵਾਕ। 3 ਤਰ੍ਹਾਂ ਦੇ ਜਿਹੜੇ ਕਿ ਵਾਕ ਹੁੰਦੇ ਨੇ ਬਣਤਰ ਦੇ ਆਧਾਰ ਤੇ। ਪ੍ਰਸ਼ਨ ਨੰਬਰ 13 ਭਾਰਤ ਕਦੋਂ ਆਜ਼ਾਦ ਹੋਇਆ? ਇਹ ਕਿਸ ਕਿਸਮ ਦਾ ਵਾਕ ਹੈ? ਆਗਿਆਵਾਚਕ, ਇੱਛਾਵਾਚਕ, ਪ੍ਰਸ਼ਨ ਈੜੀ ਸੀ ਆਪਸ਼ਨ ਪ੍ਰਸ਼ਨਵਾਚਕ, ਸੱਸਾ ਆਪਸ਼ਨ ਸੀ ਉਪਰੋਕਤ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਸੀ ਪ੍ਰਸ਼ਨਵਾਚਕ, ਕਿਉਂਕਿ ਆਪਾਂ ਨੂੰ ਜਿਹੜੇ ਕਿ ਚਿੰਨ੍ਹ ਤੋਂ ਪਤਾ ਲੱਗ ਰਿਹਾ ਕਿ ਇਹ ਕਿਹੜਾ ਵਾਕ ਆ, ਪ੍ਰਸ਼ਨਵਾਚਕ ਜਿਹੜੇ ਕਿ ਵਾਕ ਆ। ਪ੍ਰਸ਼ਨ ਨੰਬਰ 14 ਅਖੌਤਾਂ ਜਾਂ ਅਖਾਣਾਂ ਨੂੰ ਡੈਸ਼ ਵੀ ਕਿਹਾ ਜਾਂਦਾ ਹੈ? ਤਾਂ 14ਵੇਂ ਦਾ ਸਹੀ ਉੱਤਰ ਸੀ ਕਹਾਵਤਾਂ। ਪ੍ਰਸ਼ਨ ਨੰਬਰ 15 ਡੈਸ਼ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਸ ਖਾਲੀ ਸਥਾਨ ਵਿੱਚ ਹੇਠਾਂ ਲਿਖਿਆਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ। ਤਾਂ ਇਹਦਾ ਸਹੀ ਉੱਤਰ ਸੀ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਐਡ ਆਪਸ਼ਨ ਆ ਜਿਹੜੇ ਕਿ ਇਹਦਾ 15ਵੇਂ ਦਾ ਸਹੀ ਉੱਤਰ ਸੀ। ਪ੍ਰਸ਼ਨ ਨੰਬਰ 16 ਜਦੋਂ ਚਾਰੇ ਪਾਸੇ ਖਤਰਾ ਹੋਵੇ ਤਾਂ ਅਸੀਂ ਕਿਹੜੀ ਅਖੌਤ ਵਰਤਦੇ ਹਾਂ? ਤਾਂ ਇਹਦੇ ਉੱਤਰ ਦੇ ਵਿੱਚ ਆਪਸ਼ਨ ਸੀ ਉਲਟੀ ਵਾੜ ਖੇਤ ਨੂੰ ਖਾਏ, ਦੂਜਾ ਆਪਸ਼ਨ ਸੀ ਅੱਗੇ ਸੱਪ ਤੇ ਪਿੱਛੇ ਛੀ, ਤੀਜੀ ਆਪਸ਼ਨ ਸੀ ਆਪੇ ਫਾਥੜੇ ਤੈਨੂੰ ਕੌਣ ਛਡਾਵੇ, ਚੌਥੀ ਆਪਸ਼ਨ ਸੀ ਉਪਰੋਕਤ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਸੀ ਅੱਗੇ ਸੱਪ ਤੇ ਪਿੱਛੇ ਛੀ। ਐਡ ਆਪਸ਼ਨ ਆ ਜਿਹੜੇ ਕਿ ਇਹਦਾ ਸਹੀ ਸੀ 16ਵੇਂ ਦਾ। ਪ੍ਰਸ਼ਨ ਨੰਬਰ 17 ਕਿਸੇ ਬੈਂਕ ਤੋਂ ਸਵੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਲਈ ਪੱਤਰ ਕਿਸ ਨੂੰ ਲਿਖਿਆ ਜਾਵੇਗਾ? ਤਾਂ ਇਹਦਾ ਸਹੀ ਉੱਤਰ ਸੀ ਬੈਂਕ ਮੈਨੇਜਰ ਨੂੰ। ਬੈਂਕ ਮੈਨੇਜਰ ਨੂੰ ਜਿਹੜੇ ਕਿ ਸਵੈ ਰੁਜ਼ਗਾਰ ਲੈਣ ਦੇ ਲਈ ਪੱਤਰ ਲਿਖਿਆ ਜਾਵੇਗਾ। ਪ੍ਰਸ਼ਨ ਨੰਬਰ 18 ਪੰਜਾਬ ਦੀ ਧਰਤੀ ਤੇ ਰਚਿਆ ਗਿਆ ਸਭ ਤੋਂ ਪੁਰਾਣਾ ਵੇਦ ਕਿਹੜਾ ਹੈ? ਤਾਂ ਆਪਸ਼ਨ ਦੇ ਵਿੱਚ ਸੀ ਰਿਗਵੇਦ ਆਪਸ਼ਨ, ਦੂਜੀ ਆਪਸ਼ਨ ਸੀ ਸਾਮਵੇਦ, ਤੀਜੀ ਆਪਸ਼ਨ ਸੀ ਯਜੁਰਵੇਦ, ਚੌਥੀ ਆਪਸ਼ਨ ਸੀ ਅਥਰਵੇਦ। ਤਾਂ ਇਹਦਾ ਸਹੀ ਉੱਤਰ ਸੀ ਰਿਗਵੇਦ। ਪੰਜਾਬ ਦੀ ਧਰਤੀ ਤੇ ਰਚਿਆ ਗਿਆ ਸਭ ਤੋਂ ਪੁਰਾਣਾ ਵੇਦ ਆ ਰਿਗਵੇਦ। ਪ੍ਰਸ਼ਨ ਨੰਬਰ 19 ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਕਿਹੜਾ ਪ੍ਰਸਿੱਧ ਮੇਲਾ ਲੱਗਦਾ ਹੈ? ਤਾਂ ਉੱਤਰ ਦੇ ਵਿੱਚ ਆਪਸ਼ਨ ਸੀ ਵਿਸਾਖੀ, ਦੂਜੀ ਆਪਸ਼ਨ ਸੀ ਮਾਘੀ, ਤੀਜੀ ਆਪਸ਼ਨ ਸੀ ਹੌਲਾ ਮਹੱਲਾ, ਚੌਥੀ ਆਪਸ਼ਨ ਸੀ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਸੀ ਹੌਲਾ ਮਹੱਲਾ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਜਿਹੜਾ ਕਿ ਪ੍ਰਸਿੱਧ ਮੇਲਾ ਲੱਗਦਾ ਹੌਲਾ ਮਹੱਲਾ। ਪ੍ਰਸ਼ਨ ਨੰਬਰ 20, ਗੁੜਤੀ ਦੀ ਰਸਮ ਕਿਸ ਸਮੇਂ ਨਾਲ ਸੰਬੰਧਿਤ ਹੈ? ਉੱਤਰ ਦੇ ਵਿੱਚ ਆਪਸ਼ਨ ਸੀ ਵਿਆਹ, ਦੂਜਾ ਆਪਸ਼ਨ ਸੀ ਮੰਗਣੀ, ਤੀਜਾ ਆਪਸ਼ਨ ਸੀ ਰੋਕਾ, ਚੌਥੀ ਆਪਸ਼ਨ ਸੀ ਜਨਮ। ਤਾਂ ਇਹਦਾ ਸਹੀ ਉੱਤਰ ਆ ਜਨਮ। ਗੁੜਤੀ ਦੀ ਰਸਮ ਹੈ ਜਿਹੜੀ ਕਿ ਜਨਮ ਨਾਲ ਸੰਬੰਧਿਤ ਰਸਮ ਹੈ ਇਹ। ਅਤੇ ਮੈਂ ਉਮੀਦ ਕਰਦੀ ਹਾਂ ਸਟੂਡੈਂਟਸ ਕਿ ਤੁਸੀਂ ਹੁਣ ਆਪਣੇ ਆਨਸਰ ਆ ਜਿਹੜੇ ਕਿ ਦੇਖ ਲਏ ਹੋਣੇ ਵੀ ਕਿਹੜਾ ਆਨਸਰ ਆ ਜਿਹੜਾ ਕਿ ਤੁਸੀਂ ਸਹੀ ਟਿਕ ਕੀਤਾ ਸੀ ਅਤੇ ਕਿਹੜਾ ਗਲਤ। ਅਤੇ ਵੀਡੀਓ ਨੂੰ ਜਿਹੜੇ ਕਿ ਤੁਸੀਂ ਲਾਈਕ ਕਰ ਦਿਓ ਅਤੇ ਵੱਧ ਤੋਂ ਵੱਧ ਜਿਹੜੇ ਕਿ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਜਿਹੜੇ ਕਿ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨਸ ਦਾ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਰੀ ਵੀਡੀਓਜ਼ ਦਾ ਜਿਹੜੇ ਕਿ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ। ਧੰਨਵਾਦ।